ਹਾਲੇਲੂਇਆ ਸਾਰਿਆਂ ਨੂੰ ਜੈ ਮਸੀਹ ਕੀ। ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦੀ ਹਾਂ ਅੱਜ ਦੇ ਸੁੰਦਰ ਦਿਨ ਦੇ ਲਈ ਜੋ ਉਹਨੇ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਸੁੰਦਰ ਦਿਨ ਦਿਖਾਇਆ। ਸੱਚਮੁੱਚ ਉਹਦੀ ਮਹਾਨ ਕਰੁਣਾ ਹੈ ਕਿ ਅਸੀਂ ਮਿਟ ਨਹੀਂ ਗਏ ਔਰ ਜ਼ਿੰਦਾ ਇਸ ਧਰਤੀ ਦੇ ਉੱਤੇ ਹਾਂ। ਮੈਂ ਪਰਮੇਸ਼ਵਰ ਦੇ ਨਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ, ਉਸ ਦੀ ਹਜ਼ੂਰੀ ਵਿੱਚ, ਉਸ ਦੀ ਪ੍ਰੈਜ਼ੈਂਸ ਦੇ ਵਿੱਚ, ਕਿਉਂਕਿ ਉਹ ਹਰ ਜਗ੍ਹਾ ਮੌਜੂਦ ਹੈ ਔਰ ਸਾਨੂੰ ਆਪਣੀ ਆਤਮਾ ਦੇ ਨਾਲ ਭਰਦਾ ਹੈ। ਉਸ ਦਾ ਮੈਂ ਧੰਨਵਾਦ ਕਰਦੀ ਹਾਂ। ਆਈ ਅਸੀਂ ਵਚਨ ਦੇ ਲਈ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਿਤਾ ਜੀ, ਤੁਹਾਡਾ ਧੰਨਵਾਦ, ਤੁਹਾਡੀ ਤਾਰੀਫ ਕਰਦੇ ਇੱਕ ਵਾਰੀ ਫਿਰ ਪਿਤਾ ਪਰਮੇਸ਼ਵਰ। ਅਸੀਂ ਪ੍ਰਾਰਥਨਾ ਕਰਦੇ ਹਾਂ ਅੱਜ ਦੇ ਦਿਨ ਵਚਨ ਦੇ ਲਈ ਪਿਤਾ। ਹੁਣ ਦੇ ਖੁਦਾਵੰਦ ਦੇ ਵਚਨ ਤੁਸੀਂ ਸਾਡੀ ਜ਼ਿੰਦਗੀਆਂ ਦੇ ਵਿੱਚ ਬਣਾ ਕੇ ਰੱਖੋ ਤਾਂ ਕਿ ਅਸੀਂ ਫਲ ਲੈ ਕੇ ਆਈਏ ਪਿਤਾ। ਇਹਨਾਂ ਲੋਕਾਂ ਦੇ ਮਨਾਂ ਨੂੰ ਖੋਲ, ਇਹਨਾਂ ਦੇ ਕੰਨਾਂ ਨੂੰ ਖੋਲ, ਹਿਰਦਿਆਂ ਨੂੰ ਖੋਲ ਦੇ, ਟੱਚ ਕਰਨ ਇਹ ਤੇਰੇ ਵਚਨ ਤਾਂ ਜੋ ਇਹਨਾਂ ਦੀ ਜ਼ਿੰਦਗੀਆਂ ਬਦਲ ਜਾਣ ਯੀਸ਼ੂ ਮਸੀਹ ਦੇ ਨਾਮ 'ਚ। ਔਰ ਪ੍ਰਭੂ ਇਹ ਵਚਨ ਫਲ ਲੈ ਕੇ ਆਵੇ, ਇਹਨਾਂ ਦੀ ਜ਼ਿੰਦਗੀ 'ਚ ਬਰਕਤ ਆਵੇ, ਹਰ ਕਮੀ ਘਟੀ ਦੂਰ ਹੋਵੇ ਔਰ ਅਸੀਂ ਪ੍ਰਭੂ ਜੀ ਸਿੱਧਤਾ ਦੇ ਵਿੱਚ ਅੱਗੇ ਨੂੰ ਵਧਦੇ ਜਾਈਏ, ਤੇਰੇ ਵਚਨਾਂ ਨੂੰ ਸੁਣਦੇ ਪਿਤਾ ਪਰਮੇਸ਼ਵਰ, ਪੜ੍ਹਦੇ ਔਰ ਤੇਰੇ ਨਾਲ ਜਦੋਂ ਗੱਲਬਾਤ ਕਰੀਏ ਤਾਂ ਅਸੀਂ ਪ੍ਰਭੂ ਸਿੱਧਤਾ ਦੇ ਵਿੱਚ, ਸ਼ੁੱਧਤਾ ਦੇ ਵਿੱਚ ਅੱਗੇ ਵਧਦੇ ਜਾਈਏ ਤਾਂ ਕਿ ਤੂੰ ਸਾਨੂੰ ਆਪਣੇ ਵਚਨਾਂ ਨਾਲ ਤਸੱਲੀ ਦੇਵੇਂ, ਸ਼ਾਂਤੀ ਦੇਵੇਂ, ਆਨੰਦ ਦੇਵੇਂ ਪਿਤਾ ਪਰਮੇਸ਼ਵਰ। ਤੇਰਾ ਧੰਨਵਾਦ ਕਰਦੇ ਹਾਂ। ਬਾਕੀ ਦਾ ਸਮਾਂ ਤੇਰੇ ਹੱਥਾਂ ਵਿੱਚ ਸੌਂਪਦੇ ਨੇ, ਜੋ ਤੇਰੀ ਇੱਛਾ ਮਰਜ਼ੀ ਪੂਰੀ ਕਰੋ ਯੀਸ਼ੂ ਨਾਮ 'ਚ ਮੰਗਦੇ, ਆਮੀਨ। ਆਈਏ ਅਸੀਂ ਵਚਨ 'ਚ ਪੜਾਂਗੇ, ਖੋਲਾਂਗੇ ਭਜਨ ਸਾਹਿਤਾ 63, ਸਾਮ 63। ਪਰਮੇਸ਼ਵਰ ਦਾ ਵਚਨ ਇੱਥੇ ਕੀ ਕਹਿੰਦਾ ਸੀ ਪੜਾਂਗੇ। हे परमेश्वर, तू मेरा परमेश्वर है, मैं तुझे यत्न से ढूंढूंगा। सूखी और निर्जल उसर भूमि पर मेरा मन तेरा प्यासा है, मेरा शरीर तेरा अति अभिलाषी है। ਇਹ ਭਜਨ ਦਾਊਦ ਦੇ ਦੁਆਰਾ ਲਿਖਿਆ ਗਿਆ ਹੈ। ਇਹ ਉਸ ਸਮੇਂ ਦਾ ਭਜਨ ਦਾਊਦ ਨੇ ਪਰਮੇਸ਼ਰ ਦੇ ਕੋਲੋਂ ਪ੍ਰਾਰਥਨਾ ਕੀਤੀ ਜਦੋਂ ਉਹ ਜੰਗਲ ਦੇ ਵਿੱਚ ਸੀਗਾ, ਜਦੋਂ ਉਸ ਦੀ ਜ਼ਿੰਦਗੀ ਦੇ ਵਿੱਚ ਰਿਜੈਕਸ਼ਨ ਆਈ, ਜਦੋਂ ਇਕੱਲਾ ਰਹਿ ਗਿਆ, ਜਦੋਂ ਉਹਦੀ ਜ਼ਿੰਦਗੀ 'ਚ ਬਹੁਤ ਸਤਾਵ, ਬਹੁਤ ਦੁੱਖ ਆ ਗਿਆ ਕਿ ਉਹ ਉਸਦਾ ਆਪਣਾ ਇਕਲੌਤਾ ਪੁੱਤਰ ਅਬਸਲੋਮ ਉਸਦੇ ਵਿਰੁੱਧ ਹੋ ਗਿਆ ਆਪਣੇ ਪਿਤਾ ਦੇ। ਔਰ ਜੋ ਇੱਕ ਰਾਜਾ ਹੋਣ ਦੇ ਨਾਤੇ ਇਹਨੂੰ ਆਪਣਾ ਮਹਿਲ ਛੱਡਣਾ ਪਿਆ, ਆਪਣੀ ਪਲੇਸ ਛੱਡਣੀ ਪਈ, ਆਪਣਾ ਸਥਾਨ ਛੱਡਣਾ ਪਿਆ, ਆਪਣੀ ਕੁਰਸੀ ਛੱਡਣੀ ਪਈ ਔਰ ਉੱਥੋਂ ਭੱਜਣਾ ਪਿਆ। ਔਰ ਭੱਜ ਕੇ ਇੱਕ ਜੰਗਲ ਦੇ ਵਿੱਚ ਆਇਆ ਔਰ ਉੱਥੇ ਆ ਕੇ ਪਰਮੇਸ਼ਵਰ ਨੂੰ ਕਹਿੰਦਾ ਹੈ, ਪ੍ਰਭੂ ਜੀ तू मेरा परमेश्वर है, मैं तुझे यत्न से ढूंढूंगा, सूखी और निर्जल उसर भूमि पर मेरा मन तेरा प्यासा है, मेरा शरीर तेरा अति अभिलाषी है। इमेजिन करो, ਇਹ ਇੱਕ ਇੰਨਾ ਵੱਡਾ, ਮੰਨ ਲਓ ਇੱਕ ਪ੍ਰੈਜ਼ੀਡੈਂਟ ਹੋਵੇ ਕਿਸੇ ਦੇਸ਼ ਦਾ, ਕਿਸੇ ਕੰਟਰੀ ਦਾ ਪ੍ਰੈਜ਼ੀਡੈਂਟ ਹੋਵੇ, ਉਹਦੇ ਹੱਥ 'ਚ ਸਾਰੇ ਅਧਿਕਾਰ ਹੋਣ, ਉਹ ਕੁਰਸੀ ਤੇ ਬੈਠਾ ਹੋਵੇ ਔਰ ਅਚਾਨਕ ਉਸਦੇ ਵਿਰੁੱਧ ਕੋਈ ਉੱਠ ਜਾਏ ਔਰ ਉਹਨੂੰ ਉਸੇ ਸਮੇਂ ਕੁਰਸੀ ਤੋਂ ਉਠਾ ਦੇਵੇ ਔਰ ਉਹਨੂੰ ਭੱਜਣਾ ਪੈ ਜਾਵੇ ਤਾਂ ਉਹ ਭੱਜੇਗਾ। ਭੱਜ ਕੇ ਉਹ ਕੀ ਕਹੇਗਾ? ਆਪਣੇ ਮਨ 'ਚ ਦੁਖੀ ਹੋਏਗਾ ਕਿ ਉਹ ਇਸ ਤਰ੍ਹਾਂ ਦੀ ਪ੍ਰਾਰਥਨਾ ਕਰੇਗਾ ਕਿ ਪਰਮੇਸ਼ਵਰ ਮੈਂ ਤੇਰਾ ਪਿਆਸਾ ਹਾਂ ਤੇ ਮੇਰਾ ਸਰੀਰ ਤੇਰਾ ਅਤੀ ਅਭਿਲਾਸ਼ੀ ਹੈ। ਕੀ ਉਹ ਪ੍ਰੈਜ਼ੀਡੈਂਟ ਜਿਹੜਾ ਇਨਸਾਨੀ ਹੋਏਗਾ, ਉਹ ਜਿਹੜਾ ਪ੍ਰੈਜ਼ੀਡੈਂਟ ਜਿਹੜਾ ਪਰਮੇਸ਼ਵਰ ਨੂੰ ਜਾਣਦਾ ਵੀ ਹੋਏ, ਨਹੀਂ ਵੀ ਜਾਣਦਾ ਹੋਏਗਾ, ਕੀ ਉਹ ਸੋਚੇਗਾ ਨਹੀਂ ਮੇਰੇ ਨਾਲ ਕੀ ਹੋ ਗਿਆ, ਮੈਂ ਇੱਕਦਮ ਹੀ ਕਿੱਦਾਂ ਡਾਊਨ ਚਲਾ ਗਿਆ, ਮੈਂ ਕਿੱਦਾਂ ਆਪਣੀ ਕੁਰਸੀ ਤੋਂ ਉੱਠ ਕੇ ਇਸ ਜੰਗਲ ਦੇ ਵਿੱਚ ਭਟਕ ਰਿਹਾ, ਅੱਜ ਮੇਰੇ ਨਾਲ ਕੋਈ ਵੀ ਨਹੀਂ, ਮੇਰੇ ਆਪਣੇ ਘਰ ਦੇ, ਮੇਰਾ ਆਪਣਾ ਪੁੱਤਰ ਮੇਰੇ ਵਿਰੋਧ 'ਚ ਆ ਗਿਆ। ਉਹ ਸੋਚੇਗਾ ਔਰ ਪਰੇਸ਼ਾਨ ਹੋ ਕੇ ਬੈਠੇਗਾ ਔਰ ਪਲੈਨਿੰਗ ਕਰੇਗਾ ਔਰ ਆਪਣੇ ਆਪ 'ਚ ਸੋਚੇਗਾ, ਕਹੇਗਾ ਕਿਸੇ ਨੂੰ ਕਿ ਦੱਸੋ ਮੈਂ ਕਿੱਦਾਂ ਕਰਨਾ ਹੈ, ਮੈਂ ਕਿੱਦਾਂ ਦੁਬਾਰਾ ਆਪਣੇ ਘਰ 'ਚ ਜਾ ਸਕਾਂ, ਮੈਂ ਕਿੱਦਾਂ ਦੁਬਾਰਾ ਆਪਣੇ ਮਹਿਲ 'ਚ ਆਪਣੀ ਕੁਰਸੀ ਨੂੰ ਦੁਬਾਰਾ ਹਾਸਿਲ ਕਰ ਸਕਾਂ, ਕਿਸ ਤਰ੍ਹਾਂ ਮੈਂ ਉਸ ਫਿਰ ਪੋਜੀਸ਼ਨ ਤੇ ਜਾਵਾਂ। ਉਹ ਗੱਲਾਂ ਕਰਨਗੇ ਲੋਕਾਂ ਦੇ ਨਾਲ। ਪ੍ਰੈਜ਼ੀਡੈਂਟ ਦੇ ਹੱਥ ਵਿੱਚ ਬਹੁਤ ਕੁਛ ਹੁੰਦਾ, ਉਹਦੇ ਕੋਲ ਬਹੁਤ ਲੋਕ ਹੋਣਗੇ, ਉਹ ਉਹਨਾਂ ਨਾਲ ਸਲਾਹ ਕਰੇਗਾ ਕਿ ਦੱਸੋ ਮੈਂ ਉਸ ਕੁਰਸੀ ਤੇ ਕਿੱਦਾਂ ਬੈਠਾ, ਮੈਂ ਉਹ ਕੁਰਸੀ ਨਹੀਂ ਛੱਡਣਾ ਚਾਹੁੰਦਾ। ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੁਰਸੀ ਬਹੁਤ ਜ਼ਰੂਰੀ ਹੈ, ਪੋਜੀਸ਼ਨ ਬਹੁਤ ਜ਼ਰੂਰੀ ਹੈ। ਔਰ ਇਹ ਜੋ ਰਾਜਾ ਦਾਊਦ ਆ, ਇਹ ਇੰਨਾ ਹੰਬਲ, ਇੰਨਾ ਹਲੀਮ ਹੋ ਗਿਆ, ਇਹਨੇ ਦੁਨਿਆਵੀ ਚੀਜ਼ਾਂ ਦੀ ਟੈਨਸ਼ਨ ਨਹੀਂ ਲਿੱਤੀ, ਇਹਨੇ ਕਿਸੇ ਚੀਜ਼ ਦੀ ਟੈਨਸ਼ਨ ਨਹੀਂ ਲਿੱਤੀ ਕਿ ਮੈਂ ਇੰਨਾ ਵੱਡਾ ਰਾਜਾ ਹੋ ਕੇ, ਮੈਂ ਇੰਨੇ ਸਾਲ ਰਾਜ ਸਾਂਭ ਕੇ ਅੱਜ ਮੇਰਾ ਪੁੱਤਰ ਮੇਰੇ ਵਿਰੁੱਧ ਮੈਨੂੰ ਮਾਰਨ ਦੇ ਲਈ ਉੱਠ ਗਿਆ ਔਰ ਮੈਨੂੰ ਮਾਰਨ ਦੇ ਲਈ ਉਹਨੇ ਲੋਕ ਭੇਜਿਆ ਔਰ ਮੈਨੂੰ ਇਸ
ਜੰਗਲ ਦੇ ਵਿੱਚ ਆ ਕੇ ਠਹਿਰਨਾ ਪੈ ਰਿਹਾ ਔਰ ਉੱਥੇ ਪ੍ਰਾਰਥਨਾ ਕਰਦਾ ਪਿਆ, ਕਹਿੰਦਾ ਹੇ ਪ੍ਰਭੂ ਮੇਰਾ ਮਨ ਤੇਰਾ ਪਿਆਸਾ ਹੈ, ਮੇਰਾ ਸਰੀਰ ਤੇਰਾ ਅਤੀ ਅਭਿਲਾਸ਼ੀ ਹੈ। ਇਹ ਕਿਸ ਤਰ੍ਹਾਂ ਕਹਿ ਸਕਦਾ? ਦੇਖੋ, ਇੱਕ ਇੰਨਾ ਪਰੇਸ਼ਾਨ ਵਿਅਕਤੀ ਕਿਸ ਤਰ੍ਹਾਂ ਪਰਮੇਸ਼ਵਰ ਦੇ ਕੋਲੋਂ ਇਹੀ ਪ੍ਰਾਰਥਨਾ ਕਰ ਸਕਦਾ ਹੈ ਕਿ ਮੇਰਾ ਜਿਹੜਾ ਆਤਮਾ ਹੈ ਉਹ ਤੇਰੀ ਪਿਆਸੀ ਹੈ ਤੇ ਮੇਰਾ ਸਰੀਰ ਤੇਰਾ ਅਭਿਲਾਸ਼ਾ। ਕਿਸ ਤਰ੍ਹਾਂ ਕਰ ਸਕਦਾ? ਜਦੋਂ ਇੱਕ ਇਨਸਾਨ ਦੇ ਅੰਦਰ ਪਰਮੇਸ਼ਵਰ ਦਾ ਪਿਆਰ ਆ ਜਾਂਦਾ ਹੈ, ਜਦੋਂ ਉਹ ਪਰਮੇਸ਼ਵਰ ਦੇ ਪਿਆਰ ਨੂੰ ਜਾਣ ਲੈਂਦਾ ਹੈ, ਪਹਿਚਾਨ ਲੈਂਦਾ ਹੈ ਕਿ ਇਹਦੇ ਤੋਂ ਇਲਾਵਾ ਮੈਨੂੰ ਸੈਟਿਸਫੈਕਸ਼ਨ ਕੋਈ ਹੋਰ ਨਹੀਂ ਦੇ ਸਕਦਾ, ਚਾਹੇ ਸਾਰੀ ਦੁਨੀਆ ਮੇਰੇ ਵਿਰੋਧ 'ਚ ਹੋ ਜਾਏ, ਚਾਹੇ ਸਾਰੇ ਲੋਕ ਆਪਣੇ ਲੋਕ ਮੇਰੇ ਵਿਰੋਧ 'ਚ ਹੋ ਜਾਏ, ਚਾਹੇ ਮੇਰੇ ਕੋਲੋਂ ਸਭ ਕੁਝ ਲੈ ਲਿੱਤਾ ਜਾਵੇ, ਲੇਕਿਨ ਜੋ ਚੀਜ਼ਾਂ, ਜੋ ਸੈਟਿਸਫੈਕਸ਼ਨ, ਜੋ ਤਸੱਲੀ, ਜੋ ਆਤਮਾ ਦੀ ਸ਼ਾਂਤੀ ਮੈਨੂੰ ਉਹ ਗੋਡ ਦੇ ਸਕਦਾ ਹੈ, ਪਰਮੇਸ਼ਵਰ ਦੇ ਸਕਦਾ ਹੈ ਔਰ ਕੋਈ ਨਹੀਂ ਦੇ ਸਕਦਾ। ਇਹ ਉਹੀ ਇਨਸਾਨ ਪ੍ਰਾਰਥਨਾ ਕਰ ਸਕਦਾ ਹੈ। और इमेजिन करो उन्हें प्रार्थना किद्दां दी कीती, कहंदा इस प्रकार से मैंने पवित्र स्थान में तुझ पर दृष्टि की कि तेरी सामर्थ और महिमा को देखूं। कहंदा हजे इन्ना कुछ ਉਹਦੀ ਜ਼ਿੰਦਗੀ ਨਾਲ ਵਾਪਰ ਗਿਆ ਤੇ ਹਜੇ ਵੀ ਕਹਿੰਦਾ ਮੈਂ ਤੇਰੀ ਮਹਿਮਾ ਤੇ ਤੇਰੀ ਸਾਮਰਥ ਨੂੰ ਦੇਖਣਾ ਹੈ। ਇਹਨੂੰ ਹੀ ਕਹਿੰਦੇ ਆ ਪਰਮੇਸ਼ਰ ਦੇ ਵਿੱਚ ਅੜੇ ਔਰ ਖੜੇ ਰਹਿਣਾ। ਹਾਲਾਤ ਕੁਝ ਵੀ ਕਹਿਣ, परिस्थितियां कुछ भी ਕਹਿਣ, ਜ਼ਿੰਦਗੀ ਕਿਸੇ ਵੀ ਮੋੜ ਤੇ ਆ ਕੇ ਕਿਉਂ ਨਾ ਖੜੀ ਹੋ ਜਾਏ, ਲੇਕਿਨ ਫਿਰ ਵੀ ਜਦੋਂ ਅਸੀਂ ਕਹਿੰਦੇ ਕਿ ਆਈ ਐਮ ਅ ਥਰਸਟ ਫॉर ਯੂ ਲॉर्ड, ਮੈਂ ਤੇਰੇ ਲਈ ਪਿਆਸਾ ਵਾਂ, ਮੇਰਾ ਸਰੀਰ ਤੇਰਾ ਅਭਿਲਾਸ਼ਾ, ਮੈਂ ਤੇਰੀ ਮਹਿਮਾ ਨੂੰ ਦੇਖਣਾ ਚਾਹਨਾ, ਮੈਂ ਤੇਰੀ ਸਾਮਰਥ ਨੂੰ ਦੇਖਣਾ ਚਾਹਨਾ, ਤੇ ਇਹਨੂੰ ਹੀ ਕਹਿੰਦੇ ਆ ਅੜੇ ਤੇ ਖੜੇ ਰਹਿਣਾ, ਵਫਾਦਾਰ ਰਹਿਣਾ। ਦਰ ਦਰ ਤੇ ਭਜਣਾ ਨਹੀਂ, ਦਰ ਦਰ ਤੇ ਸਿਰ ਨਹੀਂ ਝੁਕਾਣੇ, ਦਰ ਦਰ ਦੀਆਂ ਠੋਕਰਾਂ ਨਹੀਂ ਖਾਣੀਆਂ, ਲੋਕਾਂ ਦੇ ਮਗਰ ਨਹੀਂ ਜਾਣਾ। ਓਨਲੀ ਔਰ ਸੀਕਿੰਗ ਟੂ ਗੋਡ। ਉਹ ਕੀ ਕਰ ਰਿਹਾ ਸੀ? ਪਰਮੇਸ਼ਵਰ ਦੀ ਖੋਜ ਕਰ ਰਿਹਾ ਸੀ। ਇਹ ਨਹੀਂ ਕਿ ਉਹ ਪਰਮੇਸ਼ਵਰ ਨੂੰ ਨਹੀਂ ਸੀ ਜਾਣਦਾ, ਉਹ ਬਹੁਤ ਤਰੀਕੇ ਨਾਲ, ਬਹੁਤ ਅੱਛੇ ਤਰੀਕੇ ਨਾਲ ਪਰਮੇਸ਼ਵਰ ਨੂੰ ਜਾਣਦਾ ਸੀ, ਲੇਕਿਨ ਉਹ ਕਹਿ ਰਿਹਾ ਸੀਗਾ ਕਿ परमेश्वर मैं तुझे और जानना चाहता हूँ, मैं तेरे बीच में और बढ़ना चाहता हूँ, मैं तेरी स्तुति और करना चाहता हूँ। आगे कहता क्योंकि तेरी करुणा जीवन से भी उत्तम है, मैं तेरी प्रशंसा करूंगा। ਇੰਨੇ ਦੁੱਖ 'ਚ ਵੀ ਕੀ ਕਹਿੰਦਾ? ਮੈਂ ਤੇਰੀ ਪ੍ਰਸ਼ੰਸਾ ਕਰੂੰਗਾ। ਇਸ ਲਈ ਬਾਈਬਲ ਕਹਿੰਦੀ ਹੈ ਜਦੋਂ ਤੁਸੀਂ ਦੁੱਖ ਦੇ ਹਾਲਾਤਾਂ ਵਿੱਚ ਹੋਵੋ, ਦੁੱਖ ਦੀ ਘੜੀ ਦੇ ਵਿੱਚ ਹੋਵੋ ਤੇ ਪ੍ਰਾਰਥਨਾ ਕਰੋ, ਸੁੱਖ 'ਚ ਹੋਵੋ ਤੇ ਭਜਨ ਗਾਓ, ਗੀਤ ਗਾਓ, ਪਰਮੇਸ਼ਵਰ ਦੀ ਸਤੁਤੀ ਕਰੋ, ਪਰਮੇਸ਼ਵਰ ਦੀ ਆਰਾਧਨਾ ਕਰੋ, ਪਰਮੇਸ਼ਵਰ ਦੀ ਮਹਿਮਾ ਕਰੋ। ਇਹ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਅਗਰ ਸੁੱਖ ਵੀ ਆਏ ਆ, ਦੁੱਖ ਵੀ ਆਏ ਆ, ਲੇਕਿਨ ਤੁਸੀਂ ਅੜੇ ਤੇ ਖੜੇ ਰਹੋ, ਪਰਮੇਸ਼ਰ ਦੇ ਵਚਨਾਂ ਨੂੰ ਯਾਦ ਰੱਖਦੇ ਹੋ, ਤਾਂ ਸੱਚਮੁੱਚ ਤੁਸੀਂ ਛੁਟਕਾਰੇ ਨੂੰ ਪ੍ਰਾਪਤ ਕਰੋਗੇ, ਚੰਗਾਈ ਨੂੰ ਪ੍ਰਾਪਤ ਕਰੋਗੇ, ਤਸੱਲੀ ਨੂੰ ਪ੍ਰਾਪਤ ਕਰੋਗੇ। ਹਾਲੇਲੂਇਆ। और आगे कहता है कि और तेरा नाम लेकर अपने हाथ उठाऊंगा। मतलब कि मैं प्रभु जी अगर इस जंगल दे विच आके बह गया वां, इस भूमि ते बह गया वां, मैं इत्थे भी तेरी उस्तत करना, तेरी स्तुति करना नहीं छड्डांगा। मैं अपने हत्थां नूं उठा के तेरी महिमा करांगा, तेरी भजन गावांगा, तेरी आराधना करांगा, चाहे कुछ भी हो जाए, मैं तेरे विच होर वधांगा। हालेलुया। अगे देखते हैं की कहंदा, मेरा जीव मानो चर्बी और चिकने भोजन से तृप्त होगा और मैं जय जयकार करके तेरी स्तुति करूंगा। जब मैं बिछोने पर पड़ा तेरा स्मरण करूंगा, तब रात के एक एक पहर में तुझ पर ध्यान करूंगा। क्योंकि तू मेरा सहायक बना है, इसलिए मैं तेरे पंखों की छाया में जय जयकार करूंगा। मेरा मन तेरे पीछे पीछे लगा चलता है और मुझे तो तू अपने दाहिने हाथ से थाम रखता है। परंतु जो मेरे प्राण के खोजी हैं वह पृथ्वी के नीचे स्थानों में जा पड़ेंगे, वह तलवार से मारे जाएंगे और गीदड़ों का आहार हो जाएंगे। परंतु राजा परमेश्वर के कारण आनंदित होगा। जो कोई ईश्वर की शपथ खाए वह बड़ाई करने पाएगा, परंतु झूठ बोलने वालों का मुंह बंद किया जाएगा। ਇੱਥੇ ਕੀ ਕਹਿੰਦਾ? ਕਹਿੰਦਾ ਕਿ ਜਿਹੜੇ ਮੇਰੇ ਪ੍ਰਾਣ ਦੇ ਖੋਜੀ, ਜਿਹੜੇ ਮੇਰੇ ਪਿੱਛੇ ਪਏ, ਜਿਹੜੇ ਮੇਰੇ ਪ੍ਰਾਣ ਲੈਣਾ ਚਾਹੁੰਦੇ, ਜਿਹੜੇ ਮੈਨੂੰ ਮਾਰਨਾ ਚਾਹੁੰਦੇ ਨੇ, ਉਹ ਪ੍ਰਿਥਵੀ ਦੇ ਨੀਚਲੇ ਸਥਾਨਾਂ ਦੇ ਵਿੱਚ ਜਾ ਪੈਣਗੇ ਔਰ ਉਹਨਾਂ ਨੂੰ ਕੀ ਤਲਵਾਰ ਨਾਲ ਮਰ ਜਾਣਗੇ, ਗਿੱਦੜਾਂ ਦਾ ਆਹਾਰ ਬਣ ਜਾਣਗੇ। ਉਹ ਇਹ ਕਹਿੰਦਾ ਪਿਆ ਕਿਉਂ? ਕੌਨਫੀਡੈਂਸ ਦੇਖੋ ਉਹਦਾ ਕਿੰਨਾ
ਇੰਨਾ ਪਰਮੇਸ਼ਰ 'ਚ ਕੌਨਫੀਡੈਂਸ ਕਿ ਜਿਹੜੇ ਉਹਦੇ ਵਿਰੋਧੀ ਹੋਣਗੇ ਉਹਨਾਂ ਨਾਲ ਇਹ ਹੋ ਜਾਏਗਾ, ਉਹ ਸਾਫ਼ ਕਹਿ ਰਿਹਾ ਹੈ। ਔਰ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਅਗਰ ਕੋਈ ਮੇਰੇ ਦਾਸ ਨੂੰ, ਮੇਰੇ ਬੰਦਿਆਂ ਨੂੰ ਕੁਛ ਵੀ ਕਹਿੰਦਾ ਤੇ ਮੇਰੀ ਅੱਖ ਦੀ ਪੁਤਲੀ ਨੂੰ ਛੇੜਦਾ ਹੈ। ਸੋ ਉਹਨੂੰ ਪਤਾ ਸੀ ਕਿ ਮੈਂ ਪਰਮੇਸ਼ਰ ਦਾ ਚੁਣਿਆ ਹੋਇਆ ਦਾਸ ਹਾਂ। ਮੈਂ ਉਹਨੂੰ ਆਪਣੀ ਕੋਲਿੰਗ ਦੀ ਪਹਿਚਾਨ ਸੀ, ਆਪਣੀ ਬੁਲਾਹਟ ਦੀ ਪਹਿਚਾਨ ਸੀ। ਇਸ ਲਈ ਉਹ ਪਰੇਸ਼ਾਨ ਹੋ ਕੇ ਕਿਤੇ ਸ਼ਰਾਬ ਪੀਣ ਨਹੀਂ ਗਿਆ, ਪਰੇਸ਼ਾਨ ਹੋ ਕੇ ਕਿਸੇ ਲੋਕਾਂ ਦੇ ਕੋਲ ਨਹੀਂ ਗਿਆ, ਕਿਸੇ ਇਸਤਰੀ ਕੋਲ ਨਹੀਂ ਗਿਆ। ਉਹ ਜਦੋਂ ਇੰਨਾ ਪਰੇਸ਼ਾਨ, ਇੰਨਾ ਜ਼ਿੰਦਗੀ 'ਚ ਸੰਘਰਸ਼, ਇੰਨਾ ਕੁਝ ਹੋਣ ਦੇ ਬਾਵਜੂਦ ਜੰਗਲਾਂ ਦੇ ਵਿੱਚ ਰਹਿਣ ਲੱਗ ਗਿਆ, ਜੰਗਲ 'ਚ ਜਾ ਕੇ ਆਪਣਾ ਦਿਨ ਰਾਤ ਗੁਜ਼ਾਰਨ ਲੱਗ ਗਿਆ। ਔਰ ਕੀ ਕਹਿੰਦਾ, ਮੈਂ ਪਰਮੇਸ਼ਰ ਤੇਰੀ ਜੈ ਜੈਕਾਰ ਕਰਾਂਗਾ, ਮੈਂ ਪਰਮੇਸ਼ਰ ਤੇਰੀ ਸਤੁਤੀ ਕਰਾਂਗਾ, ਮੈਂ ਆਪਣੇ ਵਿੱਚ ਤੇਰੇ ਨਾਮ ਨੂੰ ਉੱਚਾ ਕਰਾਂਗਾ, ਮੈਂ ਆਪਣੇ ਹੱਥਾਂ ਨੂੰ ਉੱਪਰ ਉਠਾਵਾਂਗਾ, ਤੇਰੀ ਆਰਾਧਨਾ ਕਰਾਂਗਾ, ਔਰ ਮੈਂ ਦਿਲ ਤੇ ਜਾਨ ਤੋਂ ਤੈਨੂੰ ਖੋਜਾਂਗਾ। ਉਹ ਖੋਜ ਕਰ ਰਿਹਾ ਹੋਰ ਪਰਮੇਸ਼ਵਰ ਦੀ, ਹੋਰ ਵਿੱਚ ਜਾਣਾ ਚਾਹੁੰਦਾ, ਪਰਮੇਸ਼ਵਰ ਨੂੰ ਹੋਰ ਪਹਿਚਾਨਣਾ ਚਾਹੁੰਦਾ। ਔਰ ਉਹਨੂੰ ਇਹ ਵੀ ਪਤਾ ਹੈ ਕਿ ਮੇਰਾ ਪਰਮੇਸ਼ਵਰ ਮੇਰਾ ਸਹਾਇਕ ਹੈ, ਮੈਨੂੰ ਛੁਡਾਏਗਾ, ਮੈਨੂੰ ਬਚਾਏਗਾ। कहता कि तू जो मेरा सहायक हुआ बना है, क्योंकि तू मेरा सहायक बना, कहता तू मेरा सहायता करने वाला, मेरा हेल्पर तू है। ਅੱਜ ਕਿੰਨਿਆਂ ਦੇ ਹੈਲਪਰ ਪ੍ਰਭੂ ਯੀਸ਼ੂ ਮਸੀਹ ਨੇ, ਅੱਜ ਕਿੰਨਿਆਂ ਦੇ ਹੈਲਪਰ ਪਰਮੇਸ਼ਰ ਨੂੰ ਬਣਾਇਆ ਹੋਇਆ। ਅੱਜ ਕੀ ਅਸੀਂ ਲੋਕਾਂ ਤੇ ਆਸ ਰੱਖੀਏ ਕਿ ਸਾਡੀ ਆ ਕੇ ਹੈਲਪ ਕਰਨਗੇ, ਜਾਂ ਅਸੀਂ ਪਰਮੇਸ਼ਰ ਨੂੰ ਕਹਿੰਦੇ ਪ੍ਰਭੂ ਤੂੰ ਸਾਨੂੰ ਡਿਵਾਈਨ ਹੈਲਪਰਸ ਭੇਜੇਗਾ, ਤੂੰ ਸਾਨੂੰ ਆਪਣੀ ਪਵਿੱਤਰ ਆਤਮਾ ਜਿਹੜਾ ਸਹਾਇਕ ਭੇਜਿਆ ਉਹ ਸਾਡੇ ਅੰਦਰ ਪਾ ਕੇ ਹਰ ਇੱਕ ਚੀਜ਼ ਸਾਨੂੰ ਸਿਖਾਏਗਾ। ਕੀ ਅਸੀਂ ਏਦਾਂ ਸੋਚਦੇ ਹਾਂ? ਜਾਂ ਅੱਜ ਅਸੀਂ ਪਰੇਸ਼ਾਨ ਹੋ ਗਏ ਹਾਂ, ਜਾਂ ਅੱਜ ਅਸੀਂ ਇੰਨੇ ਦੁੱਖਾਂ ਦੇ ਵਿੱਚ ਹੀ ਡਰ ਗਏ ਹਾਂ ਕਿ ਇੰਨਾ ਹੋ ਗਿਆ ਸਾਡੇ ਨਾਲ, ਏਦਾਂ ਹੋ ਗਿਆ ਸਾਡੇ ਨਾਲ, ਉੱਦਾਂ ਹੋ ਗਿਆ। ਦੇਖੋ ਰਾਜਾ ਦਾਊਦ ਵੱਲ, ਇੰਨੀ ਵੱਡੀ ਪੋਜੀਸ਼ਨ ਸੀ ਉਹਦੇ ਕੋਲੋਂ, ਇੰਨਾ ਵੱਡਾ ਸਥਾਨ ਸੀਗਾ ਉਹਦੇ ਕੋਲੋਂ, ਇੱਕ ਰਾਜ ਗੱਦੀ ਸੀਗੀ ਉਹਦੇ ਕੋਲੋਂ, ਇੱਕ ਕੁਰਸੀ ਸੀ ਜਿੱਥੇ ਬੈਠ ਕੇ ਉਹ ਰਾਜ ਸੰਭਾਲਦਾ ਸੀ, ਉਹ ਲਈ ਗਈ। ਔਰ ਉਹਨੂੰ ਭੱਜਣਾ ਪੈ ਗਿਆ ਉਸ ਮਹਿਲ ਦੇ ਵਿੱਚੋਂ, ਉਸ ਘਰਾਂ ਦੇ ਵਿੱਚੋਂ, ਔਰ ਦੌੜ ਗਿਆ ਕਿੱਥੇ? ਜੰਗਲ ਦੇ ਵਿੱਚ, ਜਿੱਥੇ ਨਾ ਖਾਣਾ ਨਾ ਪੀਣਾ ਨਾ ਕੁਛ। ਔਰ ਦੇਖੋ ਜਦੋਂ ਆਪਣੇ ਉੱਥੇ ਹੋਣਾ ਸਥਾਨ ਦੇ ਵਿੱਚ, ਆਪਣੇ ਘਰ ਦੇ ਵਿੱਚ, ਮਹਿਲ ਦੇ ਵਿੱਚ, ਕਿੱਦਾਂ ਦਾ ਖਾਣ ਪੀਣ ਉਹਦਾ ਹੋਣਾ। ਤੇ ਜਦੋਂ ਮਿਲਿਆ ਹੀ ਨਹੀਂ ਖਾਣ ਪੀਣ, ਉਹਨੇ ਨਹੀਂ ਕਿਹਾ ਅੱਜ ਮੈਂ ਇਹ ਸੁਨਹਿਰੀ ਰੋਟੀ ਨਹੀਂ ਖਾਵਾਂਗਾ, ਕਿਉਂਕਿ ਉਹ ਜਾਣਦਾ ਸੀ ਮੇਰਾ ਪਰਮੇਸ਼ਵਰ ਜਿਹੜਾ ਇਜ਼ਰਾਈਲੀਆਂ ਨੂੰ 40 ਸਾਲ ਮੰਨਾ ਖਵਾ ਸਕਦਾ ਹੈ, ਉਹ ਮੇਰੇ ਲਈ ਇੰਤਜ਼ਾਮ ਵੀ ਕਰ ਸਕਦਾ ਹੈ। ਕਿਉਂਕਿ ਉਹ ਸਾਫ਼ ਕਹਿ ਰਿਹਾ ਕਿ ਤੂੰ ਮੇਰਾ ਕੀ ਬਣਿਆ? ਸਹਾਇਕ ਬਣਿਆ, ਤੂੰ ਮੇਰਾ ਹੈਲਪਰ ਬਣਿਆ। और कहता है कि झूठ बोलने वालों के मुंह बंद किए जाएंगे। हालेलुया। ਜਿਹੜੇ ਝੂਠੇ ਬੁੱਲ ਨੇ ਪਰਮੇਸ਼ਰ ਕਹਿੰਦਾ ਮੈਂ ਬੰਦ ਕਰਾਂਗਾ, ਇਹਨਾਂ ਦੇ ਮੂੰਹ ਕੀ ਹੋਣਗੇ? ਬੰਦ ਹੋਣਗੇ। ਸੋ ਪਰਮੇਸ਼ਰ ਦੇ ਵਚਨਾਂ ਦੇ ਵੱਲ ਅਸੀਂ ਧਿਆਨ ਲਾਈਏ ਤੇ ਕੀ ਲਿਖਿਆ ਕਿ परंतु राजा परमेश्वर के कारण आनंदित होगा। ਕਿਹੜਾ ਰਾਜਾ? ਉਹ ਆਪਣੇ ਆਪ ਨੂੰ ਰਾਜਾ ਕਹਿੰਦਾ ਪਿਆ, ਉਹ ਰਾਜਾ ਸੀ। ਕਹਿੰਦਾ ਮੈਂ ਪਰਮੇਸ਼ਵਰ ਦੇ ਕਾਰਨ ਆਨੰਦਿਤ ਹੋਵਾਂਗਾ, ਕਿਉਂਕਿ ਉਹ ਮੇਰਾ ਕੀ ਬਣਿਆ? ਸਹਾਇਕ ਬਣਿਆ। ਕੀ ਮੈਨੂੰ ਦੁੱਖਾਂ ਦੇ ਵਿੱਚੋਂ ਕੀ ਦੇਗਾ? ਛੁਟਕਾਰਾ ਦੇਗਾ। ਚਾਹੇ ਅੱਜ ਉਹਦੀ ਜਾਨ ਲੈਣ ਦੇ ਲਈ, ਪ੍ਰਾਣ ਲੈਣ ਦੇ ਲਈ ਉਹਦੇ ਆਪਣਾ ਹੀ ਪੁੱਤਰ ਵਿਰੋਧੀ ਹੋ ਗਿਆ, ਲੋਕ ਉਹਦੇ ਪਿੱਛੇ ਆ ਗਏ, ਲੇਕਿਨ ਉਹਨੂੰ ਪਤਾ ਸੀ ਮੇਰਾ ਪਰਮੇਸ਼ਰ, ਮੇਰਾ ਜਿਹੜਾ ਖੁਦਾਵੰਦ ਖੁਦਾ ਹੈ, ਮੇਰਾ ਜਿਹੜਾ ਸੱਚਾ ਪਰਮੇਸ਼ਵਰ ਹੈ, ਮਰ ਕੇ ਜੀ ਉਠਿਆ, ਮੈਨੂੰ ਜ਼ਰੂਰ ਬਚਾਵੇਗਾ, ਛੁਡਾਵੇਗਾ। ਕਿਉਂਕਿ ਉਸਦਾ ਪ੍ਰੋਮਿਸ ਹੈ, ਉਸਦਾ ਵਾਅਦਾ ਹੈ ਕਿ ਨਾ ਮੈਂ ਤੁਝੇ ਕभी छोड़ूंगा और ना मैं तुझे कभी त्यागूंगा। ਉਸਨੂੰ ਯਾਦ ਹੈ ਕਿ ਪਰਮੇਸ਼ਰ ਮੇਰੇ ਤੇ ਕੀ ਕਰਦਾ ਹੈ? ਦਇਆ ਕਰਦਾ ਹੈ, ਔਰ ਮੈਂ ਉਸਦੇ ਨਾਲ ਪ੍ਰਾਰਥਨਾ ਕਰਦਾ ਹੈ। ਇਹ ਇਸੇ ਲਈ ਪ੍ਰਾਰਥਨਾ ਕਰ ਰਿਹਾ ਕਿਉਂਕਿ ਉਹਦਾ ਰਿਲੇਸ਼ਨ ਪਰਮੇਸ਼ਰ ਦੇ ਨਾਲ ਸੀਗਾ। ਅਗਰ ਅੱਜ ਤੁਹਾਡਾ ਰਿਲੇਸ਼ਨ ਪਰਮੇਸ਼ਰ ਦੇ ਨਾਲ ਨਹੀਂ, ਅਗਰ ਅੱਜ ਤੁਸੀਂ ਪਰਮੇਸ਼ਰ ਨਾਲ ਟਾਈਮ ਸਪੈਂਡ ਨਹੀਂ ਕਰ ਰਹੇ, ਤਾਂ ਤੁਸੀਂ ਕਿਸੇ ਦੇ ਲਈ ਪ੍ਰਾਰਥਨਾ ਕਿੱਦਾਂ ਕਰੋਗੇ? ਜੇ ਤੁਸੀਂ ਆਪਣੇ ਲਈ ਹੀ ਪ੍ਰਾਰਥਨਾ ਬੈਠ ਕੇ ਪਰਮੇਸ਼ਰ ਦੇ ਕੋਲੋਂ ਨਹੀਂ ਕਰ ਰਹੇ, ਟਾਈਮ ਸਪੈਂਡ ਨਹੀਂ ਕਰ ਰਹੇ, ਤਾਂ ਕਿੱਦਾਂ ਉਸਦੇ ਬਾਰੇ ਡੀਪ ਜਾਣੋਗੇ? ਤੁਸੀਂ ਕਿਸ ਤਰ੍ਹਾਂ ਉਸਨੂੰ ਹੋਰ ਜਾਣੋਗੇ, ਉਸਦੇ ਪਿਆਰ ਨੂੰ ਹੋਰ ਪਹਿਚਾਣੋਗੇ, ਉਹਦੇ ਜਿਹੜਾ ਜੀਵਤ ਖੁਦਾ ਹੈ ਕਿਸ ਤਰ੍ਹਾਂ ਉਸਦੀ ਕਰੁਣਾ ਨੂੰ ਪਹਿਚਾਣੋਗੇ? ਅਗਰ ਅਸੀਂ ਟਾਈਮ ਹੀ ਨਹੀਂ, ਇਨਸਾਨ ਦਾ ਤੁਸੀਂ ਲੋਕਾਂ ਕੋਲੋਂ ਸੁਣ ਲਓਗੇ ਕਿ ਇੱਦਾਂ ਦਾ ਇੱਦਾਂ। ਮੰਨ ਲਓ ਇੱਕ ਐਗਜ਼ਾਮਪਲ ਦਿੰਦੀ ਹਾਂ, ਮੋਦੀ ਦੇ ਬਾਰੇ ਤੁਸੀਂ ਲੋਕਾਂ ਕੋਲ ਸੁਣਦੇ ਹੋ ਇੱਦਾਂ ਦਾ ਇੱਦਾਂ ਦਾ, ਇੱਥੇ ਘੁੰਮਿਆ, ਉਹਦੀ ਫੈਮਿਲੀ ਬਾਰੇ ਸੁਣ ਲਓਗੇ, ਉਸਦੇ ਲਾਈਫ ਸਟਾਈਲ ਬਾਰੇ ਸੁਣ ਲਓਗੇ, ਉਸਦੇ ਕੱਪੜਿਆਂ ਬਾਰੇ, ਖਾਣ ਪੀਣ ਬਾਰੇ, ਉਸਦੀ ਜਗ੍ਹਾ ਬਾਰੇ, ਉਸਦੀ ਪਲੇਸ ਬਾਰੇ, ਉਸਦੇ ਘਰ ਬਾਰੇ, ਐਵਰੀਥਿੰਗ ਤੁਸੀਂ ਮੀਡੀਆ ਤੋਂ ਜਾਂ ਨੈਟ ਤੋਂ ਕਿੱਥੋਂ ਵੀ ਉਸ ਬਾਰੇ ਸੁਣ ਲਓਗੇ। ਲੇਕਿਨ ਜਦ ਤੱਕ ਤੁਸੀਂ ਉਸਦੇ ਨਾਲ ਟਾਈਮ ਸਪੈਂਡ ਨਹੀਂ ਕਰੋਗੇ, ਉਸਦੇ ਨਾਲ ਗੱਲਬਾਤ ਨਹੀਂ ਕਰੋਗੇ, ਤੁਹਾਨੂੰ ਉਹਦਾ ਅਸਲੀ ਨੇਚਰ ਪਤਾ ਨਹੀਂ ਲੱਗੇਗਾ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਹੈ। ਇਸੇ ਤਰ੍ਹਾਂ ਜਦੋਂ ਤੁਸੀਂ ਪਰਮੇਸ਼ਰ ਦੇ ਨਾਲ ਆਪਣਾ ਟਾਈਮ ਸਪੈਂਡ ਨਹੀਂ ਕਰਦੇ, ਭਾਵੇਂ ਤੁਸੀਂ ਬਹੁਤ ਵਚਨ ਸੁਣੇ ਹੋਣ, ਬਹੁਤ
ਬੜੇ ਹੋਣ, ਲੇਕਿਨ ਜਦ ਤੱਕ ਤੁਸੀਂ ਪ੍ਰਾਰਥਨਾ ਦੇ ਵਿੱਚ ਟਾਈਮ ਸਪੈਂਡ ਨਹੀਂ ਕਰ ਰਹੇ, ਤੁਸੀਂ ਪਰਮੇਸ਼ਰ ਨੂੰ ਕਿਸ ਤਰ੍ਹਾਂ ਜਾਣੋਗੇ ਜਦ ਤੱਕ ਉਹਦੇ ਨਾਲ ਗੱਲ ਨਹੀਂ ਕਰਦੇ। ਉਹ ਤੁਹਾਡੇ ਨਾਲ ਜਵਾਬ ਜਦੋਂ ਦੇਗਾ ਤਦ ਹੀ ਤੁਹਾਨੂੰ ਪਤਾ ਲੱਗੇਗਾ ਕਿ ਉਹ ਕਿਸ ਤਰ੍ਹਾਂ ਦਾ ਪਰਮੇਸ਼ਰ ਹੈ। ਮੇਰੀ ਲਾਈਫ 'ਚ ਗਵਾਹੀ ਕਿੱਦਾਂ ਬਣੀ, ਉਹਨੇ ਮੇਰੀ ਪ੍ਰਾਰਥਨਾ ਨੂੰ ਕਿੱਦਾਂ ਸੁਣਿਆ, ਮੇਰੀ ਗਵਾਹੀ ਕਿੱਦਾਂ ਬਣੀ, ਮੇਰੇ ਹਾਲਾਤ ਕਿੱਦਾਂ ਚੇਂਜ ਕੀਤੇ, ਮੇਰੀ ਦੁਆਵਾਂ ਕਿੰਨੀਆਂ ਸੀ, ਮੇਰੀ ਪ੍ਰਾਰਥਨਾ ਕਿੰਨੀਆਂ ਸੀ, ਮੇਰੇ ਰੋਜੇ ਕਿੰਨੇ ਸੀ, ਮੇਰਾ ਸੰਘਰਸ਼ ਕਿੰਨਾ ਸੀ, ਮੇਰਾ ਸੈਕਰੀਫਾਈਸਸ ਕਿੰਨਾ ਸੀ, ਮੇਰੇ ਬੀਜ ਕਿੰਨੇ ਸੀ ਜਿਹੜੇ ਮੇਰੇ ਕੰਮ ਆਏ, ਜਿਹੜੇ ਮੈਂ ਬੋਏ ਪਰਮੇਸ਼ਰ ਦੇ ਵਿੱਚ। ਹਾਲੇਲੂਇਆ। ਇਸੇ ਪ੍ਰਕਾਰ ਮੈਂ ਅੱਜ ਤੁਹਾਨੂੰ ਇਸ ਰਾਜਾ ਦਾਊਦ ਦੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਇੰਨਾ ਵੱਡਾ ਰਾਜਾ ਹੋ ਕੇ ਵੀ ਆਪਣੇ ਹਾਲਾਤਾਂ ਤੇ ਉਸਨੇ ਪਰਮੇਸ਼ਰ ਨੂੰ ਦੋਸ਼ ਨਹੀਂ ਦਿੱਤਾ। ਉਸਨੇ ਸੋਚਿਆ ਨਹੀਂ ਬੈਠ ਕੇ, ਦਿਨ ਨਹੀਂ ਬਿਤਾਲੇ ਕਿ ਹੁਣ ਕੀ ਬਣੇਗਾ, ਇਹਨੇ ਮੇਰਾ ਮੁੰਡਾ ਮੇਰੇ ਮਗਰ ਲੱਗ ਗਿਆ, ਮੈਨੂੰ ਮਾਰਨ ਦੇ ਲਈ ਆ ਗਿਆ, ਉਹ ਮੈਨੂੰ ਮਾਰ ਦੇਣਗੇ। ਉਹਨੇ ਕੁਛ ਨਹੀਂ ਸੋਚਿਆ, ਸਿਰਫ ਦੁਆ ਕੀਤੀ ਕਿ ਮੇਰੇ ਪਰਮੇਸ਼ਵਰ, ਉਹਨੇ ਇਹ ਵੀ ਨਹੀਂ ਕਿਹਾ ਕਿ ਮੈਨੂੰ ਛੁਟਕਾਰਾ ਦੇ ਔਰ ਮੈਨੂੰ ਬਚਾ ਲੈ, ਕਹਿੰਦਾ ਮੇਰੀ ਜਾਨ ਤੇਰੀ ਪਿਆਸੀ ਹੈ, ਮੇਰੀ ਆਤਮਾ ਤੇਰੀ ਕੀ ਹੈ, ਪਿਆਸੀ ਹੈ। ਮਤਲਬ ਕਿ ਹੋਰ ਪਰਮੇਸ਼ਰ 'ਚ ਵਧਣਾ ਚਾਹੁੰਦਾ ਸੀ, ਹੋਰ ਲੈਵਲ ਅੱਗੇ ਲੈ ਕੇ ਜਾਣਾ ਚਾਹੁੰਦਾ ਸੀ, ਹੋਰ ਡੀਪ ਰਿਲੇਸ਼ਨ ਕਰਨਾ ਚਾਹੁੰਦਾ ਸੀ, ਹੋਰ ਉਸਦਾ ਅਨੁਭਵ ਕਰਨਾ ਚਾਹੁੰਦਾ ਸੀ। ਇੱਕ ਗੱਲ ਹੋਰ, ਕਿਉਂਕਿ ਉਹਦੇ ਅੰਦਰ ਸੈਟਿਸਫੈਕਸ਼ਨ ਸੀ, ਭਾਵੇਂ ਉਹਦੇ ਕੋਲੋਂ ਹਰ ਇੱਕ ਚੀਜ਼ ਖੋਈ ਗਈ, ਉਸਦੀ ਕੁਰਸੀ ਖੋਈ ਗਈ, ਉਸਦਾ ਮਹਿਲ, ਉਸਦੇ ਘਰ, ਉਸਦੇ ਪਤਨੀਆਂ, ਜੋ ਵੀ ਸੀ, ਬੱਚੇ, ਸਭ ਕੁਝ ਖੋਏ ਗਏ ਔਰ ਉਹ ਇਕੱਲਾ ਜੰਗਲ ਦੇ ਵਿੱਚ ਆਇਆ। ਲੇਕਿਨ ਉਹਦੇ ਕੋਲ ਇੱਕ ਸੈਟਿਸਫੈਕਸ਼ਨ ਸੀਗੀ, ਉਹ ਕੀ ਸੀ, ਪਰਮੇਸ਼ਰ ਉਹਦੇ ਕੋਲ ਸੀ। ਉਹਨੂੰ ਪਤਾ ਸੀ ਪਰਮੇਸ਼ਰ ਮੇਰੀ ਸੁਣੇਗਾ, ਪਰਮੇਸ਼ਰ ਮੇਰੇ ਨਾਲ ਹੈ, ਇਸ ਲਈ ਉਹਨੂੰ ਕਹਿ ਰਿਹਾ ਸੀ ਕਿ ਮੇਰੀ ਆਤਮਾ ਤੇਰੀ ਪਿਆਸੀ ਅਤੇ ਮੇਰਾ ਸਰੀਰ ਤੇਰਾ ਅਭਿਲਾਸ਼ਾ ਹੈ। ਅੱਜ ਅਗਰ ਤੁਹਾਡੇ ਕੋਲ ਸਭ ਕੁਝ ਹੈ, ਸਭ ਕੁਝ ਹੈ, ਪਰਮੇਸ਼ਵਰ ਨਹੀਂ ਹੈ, ਤਾਂ ਤੁਹਾਡੇ ਕੋਲ ਕਿਸੇ ਪ੍ਰਕਾਰ ਦੀ ਸੈਟਿਸਫੈਕਸ਼ਨ ਨਹੀਂ ਹੈ। ਤੁਸੀਂ ਹੋਰ ਲਾਲਚ ਕਰੋਗੇ ਕਿ ਸਾਨੂੰ ਇਹ ਵੀ ਮਿਲ ਜੇ, ਇਹ ਵੀ ਮਿਲ ਜੇ, ਸਾਨੂੰ ਹੁਣ ਇਹ ਵੀ ਮਿਲ ਜੇ, ਹਰ ਇੱਕ ਬਰਕਤ ਮਿਲ ਜੇ, ਹਰ ਇੱਕ ਦੁਨਿਆਵੀ ਚੀਜ਼ ਮਿਲ ਜੇ, ਪੈਸਾ ਮਿਲ ਜੇ, ਗੱਡੀਆਂ ਮਿਲ ਜਾਣ, ਐਵਰੀਥਿੰਗ ਮਿਲ ਜੇ, ਲੇਕਿਨ ਤੁਸੀਂ ਕਦੀ ਸੈਟਿਸਫੈਕਟ ਨਹੀਂ ਹੋਵੋਗੇ, ਸੈਟਿਸਫਾਈਡ ਕਦੀ ਵੀ ਨਹੀਂ ਹੋਵੋਗੇ ਇਹਨਾਂ ਸੰਸਾਰਿਕ ਚੀਜ਼ਾਂ ਤੋਂ, ਕਿਉਂਕਿ ਇਹ ਤੁਹਾਨੂੰ ਸ਼ਾਂਤੀ ਨਹੀਂ ਦਿੰਦੀਆਂ। ਸ਼ਾਂਤੀ ਦਾ ਰਾਜਕੁਮਾਰ ਹੀ ਦੇ ਸਕਦਾ ਹੈ। ਪੀਸ ਤੁਹਾਨੂੰ ਪਰਮੇਸ਼ਵਰ ਹੀ ਦੇ ਸਕਦਾ ਹੈ, ਜਿਹੜਾ ਕਿ ਸ਼ਾਂਤੀ ਦਾ ਰਾਜਕੁਮਾਰ ਹੈ, ਕਿੰਗ ਆਫ ਪੀਸ ਹੈ ਉਹ। ਸੋ ਸ਼ਾਂਤੀ ਲੈਣ ਦੇ ਲਈ ਸਾਨੂੰ ਉਹਦੇ ਕੋਲ ਆਉਣਾ ਪੈਣਾ ਹੈ, ਨਹੀਂ ਤੇ ਇਸ ਸੰਸਾਰ ਦੇ ਵਿੱਚ ਅਸੀਂ ਭੁੱਲੇ ਭਟਕੇ ਫਿਰਦੇ ਰਵਾਂਗੇ, ਇਸ ਸੰਸਾਰ ਦੇ ਵਿੱਚ ਅਸੀਂ ਚੀਜ਼ਾਂ ਦੇ ਮਗਰ ਹੀ ਲੱਗੇ ਫਿਰਦੇ ਰਵਾਂਗੇ। ਇਸ ਰਾਜਾ ਦਾਊਦ ਦੀ ਔਰ ਧਿਆਨ ਦਈਏ, ਔਰ ਜਦੋਂ ਵੀ ਕੋਈ ਵੀ ਹਾਲਾਤ ਤੁਹਾਡੇ ਅੱਜ ਕਿਉਂ ਨਾ ਹੋਣ, ਕੋਈ ਵੀ ਪ੍ਰਸਥਿਤੀ ਤੁਹਾਡੀ ਜ਼ਿੰਦਗੀ 'ਚ ਕਿਸ ਤਰ੍ਹਾਂ ਦੀ ਵੀ ਕਿਉਂ ਨਾ ਹੋਵੇ, ਕੋਈ ਵੀ ਤੁਹਾਡੇ ਵਿਰੋਧ 'ਚ ਕਿਉਂ ਨਾ ਹੋਵੇ, ਤੁਹਾਡੇ ਆਪਣੇ, ਤੁਹਾਨੂੰ ਘਰੋਂ ਕੱਢ ਦਿੱਤਾ ਗਿਆ ਹੋਵੇ, ਤੁਹਾਡੇ ਕੋਲ ਕੁਝ ਵੀ ਲੈ ਲਿਆ ਗਿਆ ਹੋਵੇ ਧੋਖੇ ਦੇ ਨਾਲ ਜਾਂ ਉਸ ਤਰ੍ਹਾਂ ਜਿਸ ਦੇ ਤੁਸੀਂ ਹੱਕਦਾਰ ਸੀ, ਤਾਂ ਆ ਜਾਈਏ ਪਰਮੇਸ਼ਵਰ ਨੂੰ ਕਹੀਏ, ਮੇਰਾ ਮਨ ਤੇਰਾ ਪਿਆਸਾ ਤੇ ਮੇਰਾ ਸਰੀਰ ਤੇਰਾ ਅਭਿਲਾਸ਼ਾ ਹੈ, ਤੂੰ ਮੇਰਾ ਸਹਾਇਕ ਬਣੇਗਾ, ਤੂੰ ਮੈਨੂੰ ਛੁਡਾਏਗਾ। ਪ੍ਰਾਰਥਨਾ ਕਰੀਏ ਔਰ ਦੇਖੀਏ ਪਰਮੇਸ਼ਵਰ ਇੱਕ ਦਿਨ ਜ਼ਰੂਰ ਤੁਹਾਨੂੰ ਉਠਾਏਗਾ ਔਰ ਉੱਤਰ ਦੇਗਾ। ਅਗਰ ਉਹ ਆਪਣੇ ਦਾਸਾਂ ਨੂੰ ਉੱਤਰ ਦੇ ਸਕਦਾ ਹੈ ਤਾਂ ਤੁਹਾਨੂੰ ਵੀ ਜ਼ਰੂਰ ਉੱਤਰ ਦੇਗਾ, ਕਿਉਂਕਿ ਉਹ ਨਾ ਕभी ਨਾ ਬਦਲਣੇ ਵਾਲਾ ਪਰਮੇਸ਼ਵਰ ਹੈ, ਉਹ ਸਦਾ ਇੱਕੋ ਜਿਹਾ ਪਰਮੇਸ਼ਵਰ ਹੈ। ਆਈਏ ਅਸੀਂ ਪ੍ਰਾਰਥਨਾ ਕਰਾਂਗੇ। ਮਹਾਨ ਸਰਵਸ਼ਕਤੀਮਾਨ ਪਿਤਾ ਜੀ, ਤੁਹਾਡਾ ਧੰਨਵਾਦ ਕਰਦੇ ਪਿਤਾ, ਤੁਹਾਡੀ ਤਾਰੀਫ ਕਰਦੇ, ਤੁਹਾਡੀ ਮਹਿਮਾ ਕਰਦੇ, ਤੁਹਾਡੀ ਜੈ ਜੈਕਾਰ ਕਰਦੇ ਹਾਂ। ਸੱਚਮੁੱਚ ਖੁਦਾਵੰਦ ਤੁਸੀਂ ਅਤੀ ਮਹਾਨ ਪਰਮੇਸ਼ਵਰ, ਤੁਹਾਡੀ ਦਇਆ ਸਦਾ ਦੀ, ਤੁਹਾਡੀ ਕਰੁਣਾ ਸਦਾ ਦੀ, ਤੁਹਾਡੇ ਜੈਸਾ ਕੋਈ ਨਹੀਂ ਹੈ ਪਿਤਾ ਜੀ। ਮੈਂ ਪ੍ਰਾਰਥਨਾ ਕਰਦੀ ਹਾਂ ਇਹਨਾਂ ਲੋਕਾਂ ਦੇ ਲਈ ਪਿਤਾ, ਜੋ ਇਸ ਵੀਡੀਓ ਨੂੰ ਦੇਖ ਰਹੇ ਨੇ, ਹੁਣ ਦੇ ਪਿਤਾ ਪਰਮੇਸ਼ਵਰ ਇਹ ਵਚਨ ਇਹਨਾਂ ਦੀ ਜ਼ਿੰਦਗੀਆਂ 'ਚ 100 ਗੁਣਾ ਫਲ ਲੈ ਕੇ ਆਵੇ। ਹੁਣ ਦੇ ਪਿਤਾ ਪਰਮੇਸ਼ਵਰ, ਅਗਰ ਇਹਨਾਂ ਦੇ ਹਾਲਾਤ ਇਹਨਾਂ ਦੇ ਵਿਰੁੱਧ 'ਚ ਕਿਉਂ ਨਾ ਹੋਣ, ਪਰਿਸਥਿਤੀਆਂ ਵਿਰੋਧ 'ਚ ਕਿਉਂ ਨਾ ਹੋਣ, ਕਿਸੇ ਵੀ ਪ੍ਰਭੂ ਜੀ ਦੁੱਖ ਦੇ ਵਿੱਚ ਕਿਉਂ ਨਾ ਹੋਣ, ਇਹਨਾਂ ਦਾ ਮਨ ਕਿਉਂ ਨਾ ਟੁੱਟਾ ਕਿਉਂ ਨਾ ਹੋਵੇ, ਤੂੰ ਜੋੜਨ ਦੀ ਤਾਕਤ ਰੱਖਦਾ ਹੈ, ਕਿਉਂਕਿ ਤੂੰ ਟੁੱਟੇ ਮਨਾਂ ਤੇ ਪੱਟੀ ਬੰਨ੍ਹਣਾ, ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਹੈ। ਇਹਨਾਂ ਦੇ ਮਨਾਂ ਦੇ ਵਿੱਚ ਅੱਜ ਹੀ ਇਸੇ ਵਕਤ ਸ਼ਾਂਤੀ ਨੂੰ ਪ੍ਰਭੂ ਦੇ, ਇਸੇ ਵਕਤ ਸ਼ਾਂਤੀ ਨੂੰ ਪ੍ਰਾਪਤ ਕਰਨ, ਪੀਸ ਨੂੰ ਪ੍ਰਾਪਤ ਕਰਨ, ਸੈਟਿਸਫੈਕਸ਼ਨ ਪ੍ਰਭੂ ਇਹਨਾਂ ਦੀ ਜ਼ਿੰਦਗੀ 'ਚ ਆ ਜਾਏ। ਇਹ ਤੇਰੇ ਤੋਂ ਸੈਟਿਸਫਾਈਡ ਹੋ ਜਾਣ ਪਿਤਾ ਜੀ, ਤਾਂ ਕਿ ਜਿੱਦਾਂ ਦੇ ਵੀ ਹਾਲਾਤ
ਇਹਨਾਂ ਦੀ ਜ਼ਿੰਦਗੀ 'ਚ ਆਉਣ, ਇਹ ਘਬਰਾਉਣ ਨਾ, ਬਲਕਿ ਉਸ ਵਿੱਚੋਂ ਨਿਕਲ ਜਾਣ, ਕਿਉਂਕਿ ਤੇਰੀ ਸੈਟਿਸਫੈਕਸ਼ਨ ਇਹਨਾਂ ਦੇ ਅੰਦਰ ਹੋਏਗੀ, ਤੇਰੀ ਸ਼ਾਂਤੀ ਇਹਨਾਂ ਦੇ ਅੰਦਰ ਹੋਏਗੀ, ਤੇਰੀ ਪ੍ਰਭੂ ਆਤਮਾ ਇਹਨਾਂ ਦੇ ਅੰਦਰ ਹੋਏਗੀ। ਹੁਣੇ ਦੇ ਇਹਨਾਂ ਨੂੰ ਹੋਰ ਆਪਣੀ ਸਮਝ ਦੇ, ਹੋਰ ਆਪਣੇ ਗਿਆਨ ਨਾਲ ਭਰ, ਹਰ ਇੱਕ ਦੁੱਖ ਚੋਂ ਕੱਢ, ਹਰ ਇੱਕ ਬਿਮਾਰੀ ਚੋਂ ਕੱਢ, ਹਰ ਇੱਕ ਪਰੇਸ਼ਾਨੀ ਚੋਂ ਕੱਢ, ਔਰ ਆਪਣੀ ਦਇਆ ਦੇ ਨਾਲ ਇਹਨਾਂ ਨੂੰ ਘੇਰੇ ਰੱਖ ਪਿਤਾ ਪਰਮੇਸ਼ਵਰ। ਤੇਰਾ ਵੱਡਾ ਹੱਥ ਇਹਨਾਂ ਦੇ ਸਿਰ ਤੇ ਹੋਵੇ, ਔਰ ਪਿਤਾ ਇਹਨਾਂ ਨੂੰ ਸੰਭਾਲ ਕੇ ਰੱਖ। ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ, ਇਹਨਾਂ ਸਭ ਦੇ ਉੱਪਰ ਦਇਆ ਕਰ, ਇਹਨਾਂ ਦੇ ਪਰਿਵਾਰਾਂ ਤੇ ਦਇਆ ਕਰ, ਇਹਨਾਂ ਦੇ ਪ੍ਰਭੂ ਜੀ ਅੱਜ ਹਿਰਦੇ ਨੂੰ ਤੂੰ ਚੇਂਜ ਕਰ ਦੇ ਪਿਤਾ ਜੀ, ਪੂਰੀ ਤਰ੍ਹਾਂ ਨਾਲ ਬਦਲ ਦੇ ਪਿਤਾ ਪਰਮੇਸ਼ਵਰ। ਇਹ ਫਲ ਲੈ ਕੇ ਆਉਣ, ਸੱਚਮੁੱਚ ਫਲ ਲੈ ਕੇ ਆਉਣ, ਔਰ ਸਟਰੋਂਗ ਹੋ ਜਾਣ ਆਪਣੀ ਜ਼ਿੰਦਗੀ 'ਚ ਪ੍ਰਭੂ ਜੀ, ਸਟਰੋਂਗ ਹੋ ਜਾਣ। ਹਰ ਪ੍ਰਕਾਰ ਦੀ ਡਿਸਕਰੇਜਮੈਂਟ ਇਹਨਾਂ ਦੀ ਜ਼ਿੰਦਗੀ 'ਚ ਜਾਵੇ ਪਿਤਾ ਪਰਮੇਸ਼ਵਰ, ਔਰ ਤੇਰੀ ਗ੍ਰੇਸ ਨਾਲ ਇਹ ਘਿਰੇ ਰਹਿਣ ਪ੍ਰਭੂ। ਤੇਰੀ ਗ੍ਰੇਸ ਇਹਨਾਂ ਦੇ ਉੱਪਰ ਆਵੇ ਪ੍ਰਭੂ ਪਰਮੇਸ਼ਵਰ। ਇਹਨਾਂ ਨੂੰ ਸਟਰੋਂਗ ਕਰ, ਆਪਣਾ ਬਲ ਦੇ, ਆਪਣੀ ਤਾਕਤ ਦੇ ਪਿਤਾ ਜੀ। ਤੇਰਾ ਧੰਨਵਾਦ ਕਰਦੇ, ਪ੍ਰਾਰਥਨਾ ਨੂੰ ਸੁਣੋ ਔਰ ਕਬੂਲ ਕਰੋ, ਯੀਸ਼ੂ ਮਸੀਹ ਨਾਮ 'ਚ ਮੰਗਦੇ, ਆਮੀਨ ਆਮੀਨ ਆਮੀਨ। ਸਾਰਿਆਂ ਨੂੰ ਜੈ ਮਸੀਹ ਕੀ।